सत श्री अकाल, स्वागत है तुहाडा सारिਆਂ ਦਾ NRI वर्ल्ड ਦੇ ਵਿੱਚ ਕੈਨੇਡਾ ਦਾ कोविड-19 ਅਪਡੇਟਸ ਦੇ ਨਾਲ ਮੈਂ ਰੁਪਿੰਦਰ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ। ਕੈਨੇਡਾ ਵਿੱਚ कोविड-19 ਕੇਸਿਸ ਦਾ ਅੰਕੜਾ 70,000 ਤੋਂ ਉੱਪਰ ਹੋ ਚੁੱਕਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਵੱਲੋਂ ਸੀਨੀਅਰਸ ਨੂੰ ਧਿਆਨ ਵਿੱਚ ਰੱਖਦੇ ਕੁਝ ਖਾਸ ਐਲਾਨ ਕੀਤੇ ਗਏ ਨੇ। ਹੋਰ ਕੀ ਕੁਝ ਹੈ ਖਾਸ, ਰਹੇਗੀ ਨਜ਼ਰ ਅੱਜ NRI वर्ल्ड ਦੇ ਵਿੱਚ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਇੱਕ ਵਾਰੀ ਫਿਰ ਤੋਂ ਨੇਸ਼ਨ ਨੂੰ ਐਡਰੈਸ ਕੀਤਾ ਅਤੇ ਅੱਜ ਦਾ ਖਾਸ ਐਲਾਨ ਸੀਨੀਅਰਸ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਸੀ। ਸੀਨੀਅਰਸ ਲਈ ਕੋਵਿਡ-19 ਬੈਨੀਫਿਟ ਦੇ ਤੌਰ ਤੇ ਵਨ ਟਾਈਮ ਟਾਪ ਅਪ ਟੈਕਸ ਫ੍ਰੀ ਪੇਮੈਂਟ ਦਾ ਐਲਾਨ ਕੀਤਾ ਗਿਆ, ਜਿਸ ਤਹਿਤ ਉਹਨਾਂ ਨੂੰ 올ਡ ਏਜ ਸਿਕਿਉਰਿਟੀ ਦੇ ਤੌਰ ਤੇ $300 ਮਿਲਣਗੇ। Today, our government is announcing new measures to support seniors during this pandemic. First, if you're receiving old age security, you will get an additional $300 to offset some of the extra costs you've had to cover because of the virus. This means that across the country, almost 7 million seniors will get help that they need. And to better support the most vulnerable seniors, we will also give an extra $200 to people who are eligible for the Guaranteed Income Supplement. So if you're receiving both OAS and GIS, you will get an additional $500 in total to help you. Our government is also investing an additional $20 million in the New Horizons for Seniors program. A few weeks ago, we boosted funding so that organizations could provide delivery services and help seniors stay in touch with family during the pandemic. So we're making another investment today to create more programs to help isolated seniors and improve their quality of life. Now, there's no question that COVID-19 has been taking its toll on seniors both emotionally and financially. And with today's announcement, our government is taking action to alleviate some of the stress they may be feeling. But there's a lot more work to be done, not only to find short-term fixes, but long-term solutions. ਕਿਹੜੇ ਸੀਨੀਅਰਸ ਇਸ ਬੈਨੀਫਿਟ ਲਈ ਕੁਆਲੀਫਾਈ ਕਰਦੇ ਨੇ ਤੇ ਕਿਸ ਤਰ੍ਹਾਂ ਇਹ ਪੇਮੈਂਟ ਹਾਸਲ ਕਰ ਸਕਦੇ ਨੇ, ਇਸ ਸੰਬੰਧੀ ਗੱਲਬਾਤ ਕਰਦੇ ਹਾਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਦੇ ਨਾਲ। ਸਤਿ ਸ਼੍ਰੀ ਅਕਾਲ ਸੋਨੀਆ ਜੀ, ਥੈਂਕ ਯੂ ਸੋ ਮਚ ਫॉर ਜੁਆਇਨਿੰਗ ਦ ਕਾਲ। ਸਤਿ ਸ਼੍ਰੀ ਅਕਾਲ ਰੁਪਿੰਦਰ ਜੀ, PTC ਦੇ ਸਾਰੇ ਵਿਊਅਰਸ ਨੂੰ ਸਤਿ ਸ਼੍ਰੀ ਅਕਾਲ ਜੀ। ਸੋਨੀਆ ਜੀ, ਬੀਤੇ ਦਿਨੇ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਤੁਸੀਂ ਸੀਨੀਅਰਸ ਦਾ ਟਾਊਨ ਹਾਲ ਵੀ ਅਟੈਂਡ ਕੀਤਾ ਸੀ, ਉੱਥੇ ਇਸ਼ੂ ਰੇਜ਼ ਕੀਤਾ ਜਾ ਰਿਹਾ ਸੀ ਜਦੋਂ ਕਿ ਕੋਵਿਡ-19 ਜਿਹੜਾ ਰਿਲੀਫ ਹੈਗਾ ਉਹ ਏਡ ਸਭ ਨੂੰ ਮਿਲ ਰਹੀ ਹੈ ਤਾਂ ਸੀਨੀਅਰਸ ਨੂੰ ਕਿਉਂ ਨਹੀਂ। ਤਾਂ ਅੱਜ ਅਸੀਂ ਦੇਖਿਆ ਕਿ ਪ੍ਰਾਈਮ ਮਿਨਿਸਟਰ ਵੱਲੋਂ ਖਾਸ ਐਲਾਨ ਕੀਤਾ ਗਿਆ ਹੈ, ਖਾਸ ਮੈਜਰਸ ਅਨਾਊਂਸ ਕੀਤੇ ਗਏ ਨੇ, ਫਾਈਨੈਂਸ਼ੀਅਲ ਏਡ, ਫਾਈਨੈਂਸ਼ੀਅਲ ਸਿਕਿਉਰਿਟੀ ਅਨਾਊਂਸ ਕੀਤੀ ਗਈ ਹੈ ਸੀਨੀਅਰਸ ਦੇ ਲਈ। ਹੁਣ ਇਹ ਜਿਹੜੀ ਏਡ ਹੈ ਕਿਸ ਤਰ੍ਹਾਂ ਇਹ ਸੀਨੀਅਰਸ ਨੂੰ ਮਿਲ ਸਕਦੀ ਹੈ? ਬਿਲਕੁਲ ਰੁਪਿੰਦਰ ਜੀ, ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਹੈਗਾ, ਟਾਊਨ ਹਾਲ ਤੇ ਕਾਫੀ ਸੀਨੀਅਰਸ ਨੇ ਇਹ ਜਿਹੜਾ ਇਸ਼ੂ ਉਠਾਇਆ ਸੀਗਾ ਕਿ ਸਾਰਿਆਂ ਦੀ ਹੈਲਪ ਹੋ ਰਹੀ ਹੈਗੀ ਆ। ਸੀਨੀਅਰਸ ਕਾਫੀ ਜਿਹੜੇ ਆ ਲੋ ਇਨਕਮ ਸੀਨੀਅਰਸ ਜਿਹੜੇ ਉਹਨਾਂ ਨੂੰ ਕਾਫੀ ਹੈਲਪ ਦੀ ਲੋੜ ਸੀਗੀ। ਸੋ ਜਿਹੜੀ ਐਡੀਸ਼ਨਲ ਜਿਹੜੀ ਫੰਡਿੰਗ ਦੀ ਅਨਾਊਂਸਮੈਂਟ ਹੋਈ ਹੈਗੀ ਅੱਜ, ਉਹ ਸੀਨੀਅਰਸ ਲਈ ਵਾਸਤੇ ਬਹੁਤ ਵਧੀਆ ਗੱਲ ਹੈਗੀ ਆ। ਵੈਸੇ ਅਪ੍ਰੈਲ ਦੇ ਵਿੱਚ ਵੀ ਜਿਹੜੇ 4 ਮਿਲੀਅਨ ਜਿਹੜੇ ਸੀਨੀਅਰਸ ਆ ਉਹਨਾਂ ਨੂੰ ਹੈਲਪ ਹੋਈ ਹੈਗੀ ਆ। 1.3 ਬਿਲੀਅਨ ਜਿਹੜਾ GST ਸੀਗੇ ਲੋ ਇਨਕਮ ਸੀਨੀਅਰਸ ਨੂੰ ਜਿਹੜੇ ਉਹ ਦਿੱਤਾ ਗਿਆ ਸੀਗਾ, ਪਰ ਜਿਹੜੀ 2.5 ਬਿਲੀਅਨ ਡਾਲਰ ਦੀ ਅੱਜ ਦੀ ਅਨਾਊਂਸਮੈਂਟ ਹੈਗੀ ਆ, ਇਹ ਵਨ ਟਾਈਮ ਪੇਮੈਂਟ ਹੈਗੀ ਆ। ਸੋ ਇਹ GIS ਤੇ OAS, ਜਿਹੜਾ OAS $300 ਤੇ ਜਿਹੜਾ GIS ਆ ਉਹ $200 ਮਿਲੇ। ਇਟਸ ਅ ਵਨ ਟਾਈਮ ਪੇਮੈਂਟ just only for those seniors ਜਿਨ੍ਹਾਂ ਦੀ low income ਹੈਗੀ ਆ। ਸੋ ਇਹ ਪੈਨਸ਼ਨ ਦੇ ਵਿੱਚ ਇਨਕਰੀਜ਼ ਨਹੀਂ ਹੈਗਾ, ਪਰ ਇਹ ਵਨ ਟਾਈਮ ਪੇਮੈਂਟ ਵੀ ਕੋਵਿਡ-19 ਕਰਕੇ ਜਿਹੜੀ ਹੈ ਸੀਨੀਅਰਸ ਵਾਸਤੇ ਜਿਹੜੀ ਹੈਲਪ ਰਿਲੀਜ਼ ਕੀਤੀ ਗਈ ਹੈ ਜੀ, ਉਹ ਵੀ ਜਿਨ੍ਹਾਂ ਦੀ ਲੋ ਇਨਕਮ ਹੈਗੀ ਹੈ ਜੀ। ਪਰ ਜਿਹੜੇ ਕਿਹੜੇ ਲੋ ਇਨਕਮ ਜਦੋਂ ਅਸੀਂ ਕਹਿ ਰਹੇ ਹਾਂ, ਕਿਹੜੇ ਸੀਨੀਅਰਸ ਨੇ ਜੋ ਇਸ ਦੇ ਲਈ ਕੁਆਲੀਫਾਈ ਕਰਨਗੇ? ਕਿਉਂਕਿ ਕਈ ਸੀਨੀਅਰਸ ਅਜਿਹੇ ਵੀ ਨੇ ਜਿਨ੍ਹਾਂ ਦੀ ਕੋਈ ਇਨਕਮ ਤਾਂ ਨਹੀਂ ਹੈ, ਉਹ ਬੈਨੀਫਿਟ ਜਾਂ ਪੈਨਸ਼ਨ ਦੇ ਥਰੂ ਹੀ ਜਿਹੜਾ ਹੈਗਾ ਆਪਣਾ ਗੁਜ਼ਾਰਾ ਕਰਦੇ ਨੇ। ਬਿਲਕੁਲ ਜੀ, ਉਹਨਾਂ ਵਾਸਤੇ ਜਿਨ੍ਹਾਂ ਦੇ ਕਈ ਸੀਨੀਅਰਸ ਸਾਡੇ ਵੈਲ ਆਫ ਵੀ ਹੈਗੇ ਆ, ਜਿਵੇਂ ਉਹਨਾਂ ਦੇ ਘਰ ਵੀ ਹੈਗੇ ਆ,
ਸੋ ਫਿਰ ਉਹ ਸਾਰੇ ਇਨਕਮ ਦੇ ਹਿਸਾਬ ਨਾਲ ਜਦੋਂ ਟੈਕਸ ਭਰਦੇ ਹੈਗੇ ਆ, ਉਹ ਹਿਸਾਬ ਤੋਂ ਲਈ ਜਾਊਗੀ। ਜਿਹੜੇ ਸੀਨੀਅਰਸ ਲੋ ਪਾਵਰਟੀ ਦੇ ਵਿੱਚ ਆਉਂਦੇ ਹੈਗੇ ਆ, ਕਿ ਉਹਨਾਂ ਵਾਸਤੇ ਜਿਵੇਂ $300 ਮੈਂ ਦੱਸਿਆ ਹੈਗਾ, ਓਐਸ ਵਾਸਤੇ ਤੇ ਜੀਆਈਐਸ ਦੀ ਜਿਹੜੀ 200 ਪੇਮੈਂਟ $500 ਜਿਹੜੀ ਉਹਨਾਂ ਨੂੰ ਮਿਲੂਗੀ, ਇਹ ਵਨ ਟਾਈਮ ਪੇਮੈਂਟ ਹੈਗੀ ਆ। ਤੇ ਇਹ ਉਹਨਾਂ ਵਾਸਤੇ ਆ ਜਿਨ੍ਹਾਂ ਦੇ, ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦਾ ਗੁਜ਼ਾਰਾ ਕਰਨਾ ਹੋਣਾ ਮੁਸ਼ਕਿਲ ਹੈਗਾ, ਸੋ ਉਹਨਾਂ ਵਾਸਤੇ ਕੋਵਿਡ-19 ਦੇ ਡਿਊਰਿੰਗ, ਤਾਂ ਕਿ ਉਹਨਾਂ ਨੂੰ ਵੀ ਹੈਲਪ ਹੋ ਸਕੇ। ਇਸ ਕਰਕੇ ਜਿਹੜੀ ਵਨ ਟਾਈਮ ਪੇਮੈਂਟ ਰਿਲੀਜ਼ ਕੀਤੀ ਗਈ ਹੈ, $2.5 ਬਿਲੀਅਨ, ਜਿਹੜਾ ਐਡੀਸ਼ਨਲ ਜਿਹੜਾ ਇਹਦੇ ਤੇ ਇਹ ਜਿਹੜਾ ਲਿਆਂਦਾ ਗਿਆ, ਤਾਂ ਕਿ ਜਿਹੜੇ ਸਾਡੇ ਸੀਨੀਅਰਸ ਨੂੰ ਵੀ ਹੈਲਪ ਹੋ ਸਕੇ। ਜੀ ਬਿਲਕੁਲ, ਇਹ ਵਨ ਟਾਈਮ ਪੇਮੈਂਟ ਹੈਗੀ ਹੈ, ਕਿਉਂਕਿ ਅਪ੍ਰੈਲ ਵਿੱਚ ਵੀ ਅਸੀਂ ਦੇਖਿਆ ਸੀ ਕਿ GST ਕ੍ਰੈਡਿਟ ਦਿੱਤਾ ਗਿਆ ਸੀ। ਹੁਣ ਜਿਹੜੀ ਨਵੀਂ ਅਨਾਉਂਸਮੈਂਟ ਕੀਤੀ ਗਈ ਹੈ, ਇਹ ਵਨ ਟਾਈਮ ਪੇਮੈਂਟ ਹੈ, ਪਰ ਕੀ ਹਲੇ ਅੱਗੇ ਹੋਰ ਸੋਚਿਆ ਜਾ ਰਿਹਾ ਕਿ ਸੀਨੀਅਰਸ ਦੀ ਹੋਰ ਮਦਦ ਲਈ ਅੱਗੇ ਚੱਲ ਕੇ ਹੋਰ ਅਹਿਮ ਐਲਾਨ ਕੀਤੇ ਜਾ ਸਕਦੇ ਨੇ? ਬਿਲਕੁਲ ਰੁਪਿੰਦਰ ਜੀ, ਇੱਕ ਹੋਰ ਜਿਹੜਾ ਇਹਦੇ ਨਾਲ ਐਲਾਨ ਹੋਇਆ, $20 ਮਿਲੀਅਨ ਜਿਹੜੀ ਐਕਸਟਰਾ ਜਿਹੜੀ ਹੈਗੀ ਆ, ਨਿਊ ਹੋਰਾਈਜ਼ਨ ਪ੍ਰੋਗਰਾਮ ਅੱਗੇ ਵੀ ਚੱਲਦੇ ਹੈਗੇ ਸਾਡੀ ਸੀਨੀਅਰਸ ਵਾਸਤੇ, ਪਰ ਇਹ ਜਿਹੜੀ $20 ਮਿਲੀਅਨ ਜਿਹੜੀ ਆ ਨਿਊ ਹੋਰਾਈਜ਼ਨਸ ਲਈ ਦਿੱਤੀ ਗਈ ਆ ਸਾਡੇ NGOs, ਜਿਹੜੇ ਸਟੇਕ ਹੋਲਡਰਸ ਇੱਥੇ, ਤਾਂ ਕਿ ਉਹ ਲੋਕਲ ਜਿਹੜੇ NGOs ਉਹਨਾਂ ਨੂੰ ਪਤਾ ਹੈਗਾ ਕਿ ਸੀਨੀਅਰਸ ਦੀ ਕਿਵੇਂ ਹੈਲਪ ਹੋ ਸਕਦੀ ਆ। ਜਿਵੇਂ ਕਿ ਫੋਰ ਐਗਜ਼ਾਮਪਲ, ਸੀਨੀਅਰਸ ਨੂੰ ਜਿਹੜੀ ਆ ਟੈਕਨੋਲੋਜੀ ਨਹੀਂ ਯੂਜ਼ ਕਰਨੀ ਆਉਂਦੀ, ਕੰਪਿਊਟਰ ਕਿਵੇਂ ਆ, ਪਿੱਛੇ ਜੇ ਨਿਊ ਹੋਰਾਈਜ਼ਨਸ ਪ੍ਰੋਗਰਾਮ ਪਹਿਲਾਂ ਵੀ ਚੱਲਦਾ ਸੀਗਾ, ਪਰ ਇਹ ਜਿਹੜੀ $20 ਮਿਲੀਅਨ ਐਕਸਟਰਾ ਜਿਹੜੀ ਐਕਸਪੈਂਡ ਕੀਤਾ ਗਿਆ ਨਿਊ ਹੋਰਾਈਜ਼ਨ ਪ੍ਰੋਗਰਾਮ ਨੂੰ, ਇਹ ਵੀ ਜਿਹੜੀ ਸੀਨੀਅਰਸ ਦੀ ਹੈਲਪ ਵਾਸਤੇ ਕੀਤਾ ਗਿਆ ਹੈਗਾ। ਇਹ ਵੀ ਜਿਹੜਾ ਬਹੁਤ ਫਾਇਦੇਮੰਦ ਹੋਊਗਾ, ਤਾਂ ਕਿ ਜਿਹੜੇ ਸਾਡੇ ਸੀਨੀਅਰਸ ਆ, ਫੋਰ ਐਗਜ਼ਾਮਪਲ ਜਿਵੇਂ ਕਈਆਂ ਨੂੰ ਕੰਪਿਊਟਰ ਚਲਾਉਣਾ ਨਹੀਂ ਆਉਂਦਾ, ਸੋ ਜਿਹੜੀਆਂ ਵੀ ਆਰਗੇਨਾਈਜੇਸ਼ਨ ਸੋ ਫੰਡਿੰਗ ਨੂੰ ਅਪਲਾਈ ਕਰਨਗੀਆਂ, ਉਹਨਾਂ ਨੂੰ ਫੰਡ ਦਿੱਤਾ ਜਾਊਗਾ, ਤਾਂ ਕਿ ਉਹ ਸਾਡੇ ਸੀਨੀਅਰਸ ਨੂੰ ਮੋਰ ਟੈਕਸ ਹੈਵੀ ਬਣਾ ਸਕਣ। ਹੋਰ ਵੀ ਕਈ ਤਰ੍ਹਾਂ ਦੀ ਹੈਲਪ ਹੈਗੀ ਆ, ਜਿਵੇਂ ਸਾਡੇ ਕਈ ਸੀਨੀਅਰਸ ਲੋਨਲੀ ਹੈਗੇ ਆ, ਇੱਥੇ ਇੱਕ ਸਪੈਕਟਰਾ ਹੈਲਪਲਾਈਨ ਹੈਗੀ ਆ, ਜਿਹਦੇ ਨਾਲ ਕਿ ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਹਾਡੀ ਮੈਡੀਕੇਸ਼ਨ ਦਾ ਟਾਈਮ ਹੋ ਗਿਆ ਹੈਗਾ, ਹੁਣ ਤੁਸੀਂ ਮੈਡੀਕੇਸ਼ਨ ਰਿਮਾਈਂਡਰ ਉਹਨਾਂ ਵੱਲੋਂ ਕਰਵਾਈ ਜਾਂਦੀ ਹੈਗੀ ਆ। ਜਿਹੜੇ ਇਕੱਲੇ ਸੀਨੀਅਰਸ ਰਹਿੰਦੇ ਆ, ਉਹਨਾਂ ਨੂੰ ਅਲਜ਼ਾਈਮਰ ਹੈਗਾ, ਕਈ ਜਿਹੜੇ ਈਵਨ ਦੋ ਨਰਸਿੰਗ ਹੋਮਸ 'ਚ ਵੀ ਰਹਿੰਦੇ ਹੈਗੇ ਆ। ਸੋ ਇਸ ਤਰ੍ਹਾਂ ਦੀ ਹੈਲਪ ਜਿਹੜੀ ਨਿਊ ਹੋਰਾਈਜ਼ਨ ਪ੍ਰੋਗਰਾਮ ਐਕਸਪੈਂਡ ਕੀਤਾ ਗਿਆ, ਇਹ ਵੀ ਜਿਹੜੀ ਇੱਕ ਬਹੁਤ ਵੱਡੀ ਹੈਲਪ ਹੈਗੀ ਸਾਡੇ ਸੀਨੀਅਰਸ ਲਈ। ਜੀ, ਬੀਤੇ ਦਿਨੀ ਜਦੋਂ ਤੁਸੀਂ ਸੀਨੀਅਰਸ ਦਾ ਟਾਊਨ ਹਾਲ ਅਟੈਂਡ ਕੀਤਾ ਸੀਗਾ, ਤਾਂ ਇੱਕ ਫਾਈਨੈਂਸ਼ੀਅਲ ਸਿਕਿਉਰਿਟੀ ਦਾ ਇਸ਼ੂ ਸੀਗਾ ਜੋ ਅੱਜ ਐਡਰੈਸ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਕਿਹੜੇ ਮੁੱਦੇ ਉਧਰ ਚੁੱਕੇ ਗਏ ਸੀ ਜੋ ਤੁਹਾਨੂੰ ਲੱਗਦਾ ਹੈ ਕਿ ਹਜੇ ਉਹਨਾਂ ਬਾਰੇ ਵੀ ਸੋਚਣਾ ਚਾਹੀਦਾ ਹੈ? ਇੱਕ ਰੁਪਿੰਦਰ ਜੀ, ਸਾਡੇ ਸੀਨੀਅਰਸ ਵੱਲੋਂ ਬਹੁਤ ਆਇਆ ਸੀ ਕਿ ਫਰਾਡ, ਜਿਹੜੇ ਸਾਡੇ ਸੀਨੀਅਰਸ ਇਕੱਲੇ ਰਹਿੰਦੇ ਆ, ਉਹਨਾਂ ਲਈ ਜਿਵੇਂ ਕੋਈ ਕਾਲਸ ਆਉਂਦੀਆਂ ਹੈਗੀਆਂ, ਉਹਨਾਂ ਨੂੰ ਸੋਸ਼ਲ ਇੰਸ਼ੋਰੈਂਸ ਨੰਬਰ ਜਾਂ ਉਹਨਾਂ ਦੇ ਕ੍ਰੈਡਿਟ ਕਾਰਡ ਨੰਬਰ ਮੰਗੇ ਜਾਂਦੇ ਆ। ਸੋ ਉਹ ਇਹ ਵੀ ਇੱਕ ਇਸ਼ੂ ਆਇਆ ਸੀ, ਉਹਦੇ ਵਾਸਤੇ ਆਪਾਂ ਨੰਬਰ ਵੀ ਦਿੱਤਾ ਸੀਗਾ, ਤੇ ਉਹਨਾਂ ਨੂੰ ਦੱਸਿਆ ਸੀ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਉਹਨਾਂ ਦੇ ਰਿਪੋਰਟ ਕਰ ਸਕਦੇ ਹੋ, ਤੇ ਉਹਦੇ ਵਾਸਤੇ ਸਾਡੇ ਵੈਬਸਾਈਟ ਤੇ ਵੀ ਇਹਦੀ ਇਨਫੋਰਮੇਸ਼ਨ ਦਿੱਤੀ ਗਈ ਹੈਗੀ। ਇੱਕ ਇਹ ਵੀ ਮੁੱਦਾ ਆਇਆ ਸੀ। ਬਾਕੀ ਹੋਰ ਤੁਸੀਂ ਜਾਣਦੇ ਹੋ ਕਿ ਲੌਂਗ ਟਰਮ ਕੇਅਰ ਦੇ ਵਿੱਚ ਵੀ ਜਿਹੜੇ ਸਾਡੇ ਸੀਨੀਅਰਸ ਰਹਿੰਦੇ ਹੈਗੇ ਆ, ਉਹਨਾਂ ਵਾਸਤੇ ਵੀ ਜਿਹੜੇ ਉਹ ਅੱਜ ਕੱਲ੍ਹ ਕੋਵਿਡ-19 ਦੇ ਡਿਊਰਿੰਗ ਜਿਹੜਾ ਉਹਦਾ ਵੀ ਮੁੱਦਾ ਆਇਆ ਸੀਗਾ। ਤੇ ਹੋਰ ਵੀ ਜਿਹੜੇ ਮੈਡੀਕੇਸ਼ਨਸ ਦੇ ਆਏ ਸੀ, ਡਾਇਬੀਟੀਜ਼ ਮੈਡੀਕੇਸ਼ਨ ਦੇ ਆਏ ਸੀ, ਉਹਦੇ ਵਾਸਤੇ ਵੀ ਮੈਂ ਅੱਗੇ ਅਪਡੇਟ ਦਊਂਗੀ। ਸਾਡੀ ਗੱਲ ਚੱਲ ਰਹੀ ਹੈਗੀ ਕੰਪੈਸ਼ਨੇਟ ਪ੍ਰੋਗਰਾਮ, ਡਾਇਬੀਟੀਜ਼ ਕੈਨੇਡਾ ਨੂੰ ਲਿਆ ਕੇ ਟਾਊਨ ਹਾਲ ਕੀਤੀ ਗਈ ਸੀਗੀ, ਤਾਂ ਕਿ ਉਹਨਾਂ ਨੇ ਨੰਬਰ ਦਿੱਤਾ ਸੀਗਾ ਕਿ 1-800 ਬੈਂਟਿੰਗ। ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ, ਤੁਸੀਂ ਉਹ ਨੰਬਰ ਨੂੰ ਕਾਲ ਕਰਕੇ ਤੁਸੀਂ ਕੰਪੈਸ਼ਨੇਟ ਪ੍ਰੋਗਰਾਮ ਉਹਦੇ ਵਿੱਚ ਤੁਸੀਂ ਐਂਟਰ ਕਰ ਸਕਦੇ ਹੈਗੇ ਹੋ। ਫਿਰ ਉਹਨਾਂ ਨੇ ਡਾਈਟੀਸ਼ੀਅਨ ਦਾ ਵੀ ਦਿੱਤਾ ਸੀਗਾ, ਡਾਇਬੀਟੀਜ਼ ਕੈਨੇਡਾ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਉਹ ਇਨਫੋਰਮੇਸ਼ਨ ਲੈ ਸਕਦੇ ਹੈਗੇ ਹੋ। ਪਰ ਜਿਹੜੀ ਤੁਸੀਂ ਇੱਧਰ ਸੀਨੀਅਰਸ ਵਾਲੀ ਕੋਈ ਵੀ ਤੁਸੀਂ ਲੈਣਾ ਚਾਹੁੰਦੇ ਹੋ, canada.ca/coronavirus ਤੇ your health ਦੇ ਅੰਡਰ ਜਾ ਕੇ ਤੁਸੀਂ ਕੋਈ ਵੀ ਜਿਹੜੀ ਆ ਇਨਫੋਰਮੇਸ਼ਨ ਲੈ ਸਕਦੇ ਹੋ। ਬਾਕੀ ਮੈਂ ਵਿਰਚੁਅਲ ਟੈਲੀ ਹੈਲਥ ਵਾਸਤੇ ਵੀ ਤੁਸੀਂ ਇਹਦੀ ਇਨਫੋਰਮੇਸ਼ਨ ਲੈ ਸਕਦੇ ਹੋ, ਕਿਉਂਕਿ ਅੱਜ ਕੱਲ੍ਹ ਡਾਕਟਰ ਦੇਖਣੇ ਬਹੁਤ ਮੁਸ਼ਕਿਲ ਹੋ ਗਏ ਆ। ਸੋ ਵਿਰਚੁਅਲ ਜਿਹੜੀ ਕੇਅਰ ਹੈਗੀ ਆ, ਉਹਦੇ ਅੰਡਰ ਤੁਸੀਂ ਡਾਕਟਰ ਦੇਖ ਸਕਦੇ ਹੋ, ਤੁਸੀਂ ਫੋਨ ਕਰ ਸਕਦੇ ਹੋ ਡਾਕਟਰ ਨੂੰ। ਸੋ ਕਈ ਸੀਨੀਅਰ ਸਾਡੇ ਨਹੀਂ ਜਾ ਸਕਦੇ, ਸੋ ਤੁਸੀਂ ਵਾਇਆ ਫੋਨ ਜਾਂ ਵਾਇਆ ਸਕਾਈਪ ਨਾਲ ਉੱਥੇ ਤੁਸੀਂ ਗੱਲ ਕਰ ਸਕਦੇ ਹੋ, ਜਿਹੜੀ ਕਿ ਸਰਕਾਰ ਨੇ ਇਹਦੇ ਵਾਸਤੇ ਵੀ ਮਦਦ ਦਾ ਐਲਾਨ ਕੀਤਾ। ਸੋ ਸਾਡੇ ਸੀਨੀਅਰਸ ਜਿਹੜੇ ਆ ਉਹ ਤੋਂ ਵੀ ਫਾਇਦਾ ਲੈ ਸਕਦੇ ਹੈਗੇ ਆ। ਸੋ ਮੈਂ ਇਹ ਕਹਿਣਾ ਚਾਹੁੰਦੀ ਹੈਗੀ ਆ ਕਿ ਇਹ ਵੀ ਜਿਹੜੀ ਆਈ ਸੀ ਕਿ ਹੁਣ ਸਾਡੇ ਸੀਨੀਅਰਸ ਨੂੰ ਜਿਹੜਾ ਸਰਕਾਰ ਨੇ ਉਹਨਾਂ ਨੂੰ ਵੀ ਸੁਣਿਆ, ਤੇ ਜਿਹੜਾ ਅੱਜ ਦਾ ਤੁਸੀਂ ਅਨਾਉਂਸਮੈਂਟ ਆ ਉਹ ਇਸੇ ਅਕੋਰਡਿੰਗ ਕੀਤੀ ਗਈ ਹੈ ਜੀ।
ਜੀ ਸੋਨੀਆ ਜੀ ਬਹੁਤ ਧੰਨਵਾਦ ਤੁਹਾਡਾ ਪੀਟੀਸੀ ਦੇ ਨਾਲ ਜੁੜਨ ਦੇ ਲਈ ਤੇ ਇਹਨਾਂ ਸਾਰੀ ਅਪਡੇਟਸ ਦੇ ਲਈ ਸਟੇ ਸੇਫ। ਮੈਂ ਇੱਕ ਅਖੀਰ ਦੇ ਵਿੱਚ ਰੁਪਿੰਦਰ ਜੀ ਇਹ ਵੀ ਕਹਿਣਾ ਚਾਹੂੰਗੀ ਜੇ ਕਿਸੇ ਨੂੰ ਕੋਈ ਵੀ ਫੀਡਬੈਕ ਦੇਣੀ ਹੋਵੇ ਜਾਂ ਕੋਈ ਵੀ ਕੁਐਸਚਨ ਹੋਵੇ ਤੁਸੀਂ ਮੇਰੇ ਆਫਿਸ ਕਾਲ ਕਰ ਸਕਦੇ ਹੋ ਜਾਂ ਮੈਨੂੰ ਈਮੇਲ ਕਰ ਸਕਦੇ ਹੋ। ਤੇ ਅਖੀਰ ਦੇ ਵਿੱਚ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਡਾ ਮੈਸੇਜ ਜਿਹੜਾ ਸਾਰੇ ਰੈਜ਼ੀਡੈਂਟ ਤੱਕ ਪਹੁੰਚਾਉਂਦੇ ਹੋ ਤੇ ਮੇਰੇ ਵੱਲੋਂ ਪਿਆਰ ਭਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ। NRI वर्ल्ड ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਕੈਨੇਡਾ ਤੋਂ ਕੋਵਿਡ-19 ਅਪਡੇਟਸ ਐਸੇ ਤਰ੍ਹਾਂ ਜਾਰੀ ਰਹਿਣਗੀਆਂ। ਤੁਸੀਂ ਬਣੇ ਰਹੋ ਸਾਡੇ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ। ਰੁਕ ਕਰਦੇ ਹਾਂ ਓਨਟਾਰੀਓ ਦਾ। ਓਨਟਾਰੀਓ ਵਿੱਚ ਅੱਜ 361 ਨਵੇਂ ਕੇਸਿਸ ਰਿਪੋਰਟ ਹੋਏ ਨੇ। ਇਸ ਦੇ ਨਾਲ ਹੀ 56 ਡੈਥਸ ਵੀ ਰਿਪੋਰਟ ਕੀਤੀਆਂ ਗਈਆਂ ਨੇ। ਓਨਟਾਰੀਓ ਦੇ ਪ੍ਰੀਮੀਅਰ ਡਕਫੋਰਡ ਇੱਕ ਵਾਰੀ ਫਿਰ ਤੋਂ ਮੀਡੀਆ ਦੇ ਰੂਬਰੂ ਹੋਏ ਅਤੇ ਉਹਨਾਂ ਦੱਸਿਆ ਕਿ ਓਨਟਾਰੀਓ ਦੇ ਸਪੈਸ਼ਲ ਲੈਜਿਸਲੇਚਰ ਸੈਸ਼ਨ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਸਟੇਟ ਆਫ ਐਮਰਜੈਂਸੀ ਵਿੱਚ 2 ਜੂਨ ਤੱਕ ਵਾਧਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਆਉਂਦੇ ਵੀਰਵਾਰ ਇੱਕ ਵਾਰੀ ਫਿਰ ਤੋਂ ਅਨਾਉਂਸਮੈਂਟ ਕੀਤੀ ਜਾਏਗੀ ਕਿ ਹੁਣ ਨੈਕਸਟ ਫੇਸ ਵਿੱਚ ਕਿਹੜੇ ਬਿਜ਼ਨਸ ਖੋਲੇ ਜਾਣਗੇ। Today, we call back the House to pass important legislation as we continue to reopen the economy. I want to thank all the parties for their support and cooperation. Today, we'll be asking the House to extend the declaration of the emergency order until June the 2nd. This extension will also continue enforcing important public health measures. And while we've made significant progress, we still have a long way to go. But we also have many reasons to be hopeful. We're making steady progress. On Sunday, we saw the lowest daily number of new cases since March 31st. Our hospitals have added over 5,000 acute care beds. We're continuing to ramp up testing. If we stay the course, we will soon be ready to take the next step. And now is the time to prepare. We're talking to our business owners and job creators. Their input is helping us inform our next steps and the barriers we need to remove to ensure they can succeed in this new environment. We now have over 80 workplace safety guidelines to help our employers keep their staff and customers safe. We're building a solid foundation for the cautious reopening of our province. We're charting a path to a strong recovery. With the progress we've made, I'm confident we can move forward. On Thursday, we will share more good news. More good news about getting people back to work. More good news about opening workplaces, getting paychecks out the door. More good news about slowly getting back to normal. On Thursday, we will share more details about the next stage of reopening our province. We'll be reopening more low-risk workplaces, seasonal businesses, and essential services. We can get more people back to work. We have been through a lot these past few weeks. We have sacrificed so much. We've lost loved ones in this fight, but we remain resilient and unbreakable. And this has made us stronger, more united than ever before. Together, we will face our future. We will rebuild what we have lost and more. Thank you, and God bless the people of Ontario. ਇਸ ਦੇ ਨਾਲ ਹੀ ਫਾਈਨਾਂਸ ਮਿਨਿਸਟਰ ਰੌਡ ਫਿਲਿਪਸ ਵੀ ਇਸ ਮੀਡੀਆ ਐਡਰੈਸਿੰਗ ਦੌਰਾਨ ਮੌਜੂਦ ਸਨ। ਉਹਨਾਂ ਦੱਸਿਆ ਕਿ ਹੈਲਥ ਅਫੀਸ਼ੀਅਲਸ ਦੀ ਗਾਈਡਲਾਈਨਸ ਦੇ ਤਹਿਤ ਹੀ ਹੋਰ ਬਿਜ਼ਨਸ ਖੋਲ੍ਹਣ ਦੀ ਅਨਾਉਂਸਮੈਂਟ ਕੀਤੀ ਜਾਏਗੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਵੱਖ-ਵੱਖ MPPs ਵੱਲੋਂ ਸੂਬੇ ਭਰ ਵਿੱਚ ਕੰਸਲਟੇਸ਼ਨਸ ਵੀ ਕੀਤੀਆਂ ਜਾ ਰਹੀਆਂ ਨੇ। We are going to trust the people of Ontario to continue to listen to the advice of our health and science professionals to make the reopening phase a success. We are listening to the people, employees, employers, unions, and not-for-profits about the unique impacts and needs of their regions and their sectors as a result of this global pandemic. Their feedback will inform how to reopen the province to ensure people can thrive and businesses are stronger than ever. Many people have already visited ontario.ca/reopen to provide their input.
The online survey seeks feedback on the impacts of COVID-19 on personal finances, business supports, and government relief measures. We've asked MPPs in all parties to hold local consultations in their ridings so we can hear from people across the province. Now is not the time for partisan politics. This builds on the discussions ministers are having with representatives from every sector in the province about their unique needs amidst COVID-19. We know that many of these are practical concerns. What level of cleaning is required for their business? How to set up a business for physical distancing, and all of the nuances of PPE. These may seem like minor details, but as someone who has run a business, I can assure you these are details that matter. And these details are essential for our public health. The more than 80 workplace safety guidelines the Premier mentioned that we've released will help. In fact, the real-life experience of essential businesses who've operated through the pandemic have fed into this process. We know the reopening phase is close. So we're preparing by listening to the questions, concerns, and ideas of the people of Ontario and making sure that they inform our plan. Because we are seeing positive signs. And when it's time to reopen, we want to succeed together. ਉਧਰ ਓਨਟਾਰੀਓ ਦੇ ਐਜੂਕੇਸ਼ਨ ਮਿਨਿਸਟਰ ਸਟੀਫਨ ਲੈਚੇ ਦਾ ਕਹਿਣਾ ਹੈ ਕਿ ਓਨਟਾਰੀਓ ਦੇ ਸਕੂਲਸ ਇਸ ਸੈਸ਼ਨ ਵਿੱਚ ਖੁੱਲਣਗੇ ਜਾਂ ਫਿਰ ਬੰਦ ਰਹਿਣਗੇ। ਇਸ ਦਾ ਐਲਾਨ ਇਸ ਹਫ਼ਤੇ ਕਰ ਦਿੱਤਾ ਜਾਏਗਾ। ਨਾਲ ਹੀ ਉਹਨਾਂ ਸਕੂਲ ਬੋਰਡਸ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਦੀ ਗ੍ਰੈਜੂਏਸ਼ਨ ਸੈਰੇਮਨੀ ਨੂੰ ਸੈਲੀਬ੍ਰੇਟ ਕੀਤਾ ਜਾਏ। ਜ਼ਿਕਰਯੋਗ ਹੈ ਕਿ ਕੋਵਿਡ-19 ਆਊਟਬ੍ਰੇਕ ਦੇ ਚੱਲਦਿਆਂ ਗ੍ਰੈਜੂਏਸ਼ਨ ਸੈਰੇਮਨੀਜ਼ ਨੂੰ ਕੈਂਸਲ ਕਰ ਦਿੱਤਾ ਗਿਆ ਸੀ। ਪਰ ਹੁਣ ਐਜੂਕੇਸ਼ਨ ਮਿਨਿਸਟਰ ਦਾ ਕਹਿਣਾ ਹੈ ਕਿ ਮੈਡੀਕਲ ਆਫਿਸਰਸ ਦੀ ਗਾਈਡਲਾਈਨਸ ਦੇ ਤਹਿਤ ਗ੍ਰੈਜੂਏਸ਼ਨ ਸੈਰੇਮਨੀਜ਼ ਪਲਾਨ ਕੀਤੀਆਂ ਜਾ ਸਕਦੀਆਂ ਨੇ। It's been an incredibly busy past few years for our senior students, for those in grade 8, but especially for grade 12 as they look forward to moving on to a positive journey in post-secondary and the job market. But these kids have worked hard and they deserve to be recognized. We in this province recognize and celebrate the success of the next generation. Our students and parents have been clear. They want to see proms and graduation ceremonies protected when they are safe to do so, but not cancelled. And I agree. So today I've sent a memo to the boards of education encouraging them to do just that, to protect these experiences, to reschedule them so we can honor and celebrate the incredible work of our young students graduating this year in the province of Ontario. ਸੋ ਅੱਜ ਦੇ ਲਈ NRI ਵਰਲਡ ਵਿੱਚ ਬਸ ਇੰਨਾ ਹੀ। ਫਿਲਹਾਲ ਸਾਨੂੰ ਦਿਓ ਇਜਾਜ਼ਤ। ਤੁਸੀਂ ਰੱਖੋ ਆਪਣਾ ਖਿਆਲ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ PTC ਦੇ ਨਾਲ।